कोविड-19 ਪੈਂਡੇਮਿਕ ਦੇ ਚੱਲਦਿਆਂ IRCC ਕੈਨੇਡਾ ਦੇ ਵੱਲੋਂ ਕੈਨੇਡੀਅਨ ਸਟੱਡੀ ਵੀਜ਼ਾ ਨੂੰ ਲੈ ਕੇ ਕੁਝ ਚੇਂਜਸ ਇੰਟਰੋਡਿਊਸ ਕੀਤੇ ਗਏ ਨੇ। ਪਹਿਲਾਂ ਸਿੱਧਾ ਵੀਜ਼ਾ ਆਂਦਾ ਸੀ, ਬਟ ਹੁਣ ਇਹ ਪ੍ਰੋਸੈਸ ਇੱਕ 2 ਸਟੇਜ ਪ੍ਰੋਸੈਸ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਹੈ। ਸਟੇਜ 1 ਤੇ ਸਟੇਜ 2। ਸਟੇਜ 1 ਹੈ AIP, ਇਹਦਾ ਮਤਲਬ ਹੈ ਅਪਰੂਵਲ ਇਨ ਪ੍ਰਿੰਸੀਪਲ, ਜਿਹਦੇ ਵਿੱਚ ਕੀ ਆਮ ਤੌਰ ਤੇ 3 ਚੀਜ਼ਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜਾਂ ਕੀਤੀ ਜਾ ਸਕਦੀ ਹੈ। ਦ ਫਸਟ ਵਨ ਬਾਇਓਮੈਟ੍ਰਿਕ, ਜਿਹਦੇ ਵਿੱਚ ਤੁਹਾਡੇ ਫਿੰਗਰਪ੍ਰਿੰਟਸ ਅਤੇ ਆਇਰਿਸ ਹੁੰਦਾ। ਸੈਕੰਡ ਵਨ ਮੈਡੀਕਲ ਤੇ ਥਰਡ ਵਨ ਪੁਲਿਸ ਸਰਟੀਫਿਕੇਟ, ਜਿਹਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਮੰਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਜਦੋਂ ਆਪਾਂ ਸਬਮਿਟ ਕਰਵਾ ਦੂੰਗੇ ਇਹ ਇਨਫੋਰਮੇਸ਼ਨ ਔਰ ਡਾਕੂਮੈਂਟ, ਉਸ ਤੋਂ ਬਾਅਦ ਹੀ ਆਪਣਾ ਇੱਕ ਫਾਈਨਲ ਡਿਸੀਜ਼ਨ ਆਏਗਾ। ਬਟ ਹੁਣ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਕਿਆ AIP ਸਿਰਫ ਇਹ 3 ਚੀਜ਼ਾਂ ਤੱਕ ਹੀ ਸੀਮਿਤ ਹੈ ਜਾਂ AIP ਦੇ ਵਿੱਚ ਕੁਝ ਹੋਰ ਵੀ ਬਹੁਤ ਹੀ ਜ਼ਿਆਦਾ ਮਟੀਰੀਅਲ ਜਾਂ ਜ਼ਰੂਰੀ ਇਨਫੋਰਮੇਸ਼ਨ ਹੈ। ਉਸ ਦੇ ਲਈ ਆਪਾਂ ਇੱਕ AIP ਪੜ੍ਹਨੇ ਆ, ਜਿਹੜੀ ਕਿ ਰੀਸੈਂਟਲੀ ਇੱਕ ਬੱਚੇ ਨੂੰ IRCC ਕੈਨੇਡਾ ਦੁਆਰਾ ਇਸ਼ੂ ਕੀਤੀ ਗਈ ਸੀ। ਜਿੱਥੇ ਕੋਵਿਡ-19 ਪੈਂਡੇਮਿਕ ਪੂਰੇ ਸੰਸਾਰ ਵਿੱਚ ਕਈ ਮੁਸੀਬਤਾਂ ਖੜੀਆਂ ਕਰ ਚੁੱਕਾ ਹੈ, ਉੱਥੇ ਕੈਨੇਡੀਅਨ ਸਰਕਾਰ ਦਾ 2 ਪੱਖੀ ਨਜ਼ਰੀਆ। ਇੱਕ ਪਾਸੇ ਉਹ ਕੈਨੇਡੀਅਨਸ ਦੀ ਸਿਹਤ ਨੂੰ ਬਚਾ ਰਹੇ ਨੇ ਤੇ ਦੂਜੇ ਪਾਸੇ ਕਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਜਿਹੜਾ ਆਰਥਿਕ ਅਤੇ ਸਮਾਜਿਕ ਨੁਕਸਾਨ ਹੋ ਰਿਹਾ ਹੈ ਉਸ ਨੂੰ ਉਹ ਘੱਟ ਤੋਂ ਘੱਟ ਕਰ ਰਹੇ ਨੇ। ਨਤੀਜੇ ਵਜੋਂ IRCC ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਆਫ ਕੈਨੇਡਾ ਨੇ ਕੱਚੇ ਤੌਰ ਤੇ ਟੈਂਪਰੇਰੀ 2 ਸਟੇਜ ਪ੍ਰੋਸੈਸ ਸ਼ੁਰੂ ਕੀਤਾ ਹੈ, ਮਤਲਬ 2 ਪੱਧਰੀ ਕਾਰਜ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿਸ ਦਾ ਮੇਨ ਮੰਤਵ ਸੈਪਟੰਬਰ ਇਨਟੇਕ ਮਤਲਬ ਫਾਲ ਇਨਟੇਕ ਦੇ ਲਈ ਉਹਨਾਂ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਸ ਨੂੰ ਸਿਰੇ ਚਾੜਨਾ ਹੈ ਜਿਹੜੇ ਹਜੇ ਤੱਕ ਆਪਣੇ ਲੋੜੀਂਦੇ ਡਾਕੂਮੈਂਟ ਜਾਂ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰ ਪਾਏ। ਇੱਥੇ ਉਹ ਬਾਇਓਮੈਟ੍ਰਿਕ ਦੀ ਗੱਲ ਕਰ ਰਹੇ ਨੇ। ਅਗਲਾ ਪੈਰਾਗ੍ਰਾਫ, ਆਪ ਨੂੰ ਇਹ ਨੋਟੀਫਿਕੇਸ਼ਨ ਇਸ ਕਰਕੇ ਪ੍ਰਾਪਤ ਹੋ ਰਿਹਾ ਹੈ ਕਿਉਂਕਿ ਇੱਕ ਇਮੀਗ੍ਰੇਸ਼ਨ ਆਫਿਸਰ ਨੇ ਆਪ ਦੇ ਦੁਆਰਾ ਆਪਣੀ ਸਟੱਡੀ ਪਰਮਿਟ ਐਪਲੀਕੇਸ਼ਨ ਦੇ ਸਪੋਰਟ ਵਿੱਚ ਪ੍ਰਦਾਨ ਕਰਵਾਈ ਹੋਈ ਇਨਫੋਰਮੇਸ਼ਨ ਅਤੇ ਡਾਕੂਮੈਂਟਸ ਨੂੰ ਰਿਵਿਊ ਕਰ ਲਿਆ ਹੈ ਅਤੇ ਪ੍ਰੀਲਿਮਿਨਰੀ ਐਲੀਜੀਬਿਲਟੀ ਮਤਲਬ ਮੁੱਢਲੀ ਯੋਗਤਾ ਅਸੈਸਮੈਂਟ ਦੇ ਬੇਸਿਸ ਦੇ ਉੱਤੇ ਆਪ ਦੀ ਐਪਲੀਕੇਸ਼ਨ ਨੂੰ ਪ੍ਰੋਸੈਸਿੰਗ ਦੀ ਨੈਕਸਟ ਸਟੇਜ ਦੇ ਵਿੱਚ ਭੇਜ ਦਿੱਤਾ ਜਾ ਚੁੱਕਾ ਹੈ। ਇਸ ਪੈਰਾਗ੍ਰਾਫ ਦੀ ਜੇਕਰ ਪੋਜ਼ਿਟਿਵ ਸਾਈਡ ਨੂੰ ਦੇਖਿਆ ਜਾਵੇ ਤਾਂ ਉਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਜਿਹੜੀ ਇਨਫੋਰਮੇਸ਼ਨ ਜਾਂ ਡਾਕੂਮੈਂਟਸ ਆਪਨੇ ਆਪਣੀ ਫਾਈਲ ਦੇ ਨਾਲ ਲਗਾਏ ਸੀ ਆਪਣੀ ਪੜ੍ਹਾਈ ਨੂੰ ਲੈ ਕੇ, ਆਪਣੇ ਆਇਲਸ ਦੇ ਬੈਂਡ ਸਕੋਰ ਜਾਂ ਫਿਰ ਕੋਈ ਵਰਕ ਐਕਸਪੀਰੀਅੰਸ, ਉਹਨਾਂ ਨੂੰ ਰਿਵਿਊ ਕੀਤਾ ਗਿਆ ਹੈ ਇਮੀਗ੍ਰੇਸ਼ਨ ਆਫਿਸਰ ਦੇ ਦੁਆਰਾ ਤੇ ਆਪ ਦੀ ਫਾਈਲ ਨੂੰ ਨੈਕਸਟ ਸਟੇਜ ਦੇ ਲਈ ਭੇਜ ਦਿੱਤਾ ਗਿਆ ਹੈ। ਸੋ ਕਿਤੇ ਨਾ ਕਿਤੇ ਇਹ ਸਾਊਂਡ ਕਰ ਰਿਹਾ ਹੈ ਕਿ ਆਪ ਦੀ ਨੈਕਸਟ ਸਟੇਜ ਦੇ ਵਿੱਚ ਵੀਜ਼ਾ ਚਾਂਸਸ ਕਾਫੀ ਫੇਅਰ ਨੇ। ਬਟ ਕਿਤੇ ਨਾ ਕਿਤੇ ਉਰੇ ਮੈਂ ਕਹਿਣਾ ਚਾਹੂੰਗਾ ਕਿ ਨਾ ਤਾਂ ਮੈਂ ਰੱਬ ਹਾਂ ਤੇ ਨਾ ਹੀ ਮੈਂ ਐਮਬੈਸੀ ਹਾਂ। ਮੈਂ ਆਪਣਾ ਆਪ ਨੂੰ ਇੱਕ ਵਿਊ ਪੁਆਇੰਟ ਦੇ ਰਿਹਾ ਜੋ ਕਿ ਇਸ AIP ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗ ਰਿਹਾ ਆ। ਬਟ ਸਟਿਲ ਕੁਛ ਵੀ ਫॉर ਗਰੰਟਿਡ ਲੈਣਾ, ਕੁਛ ਵੀ 100% ਕਹਿਣਾ ਸ਼ਾਇਦ ਥੋੜੀ ਜਿਹੀ ਕਾਲੀ ਹੋਵੇ। ਪੈਰਾਗ੍ਰਾਫ 3, ਤੁਹਾਡੇ ਵੱਲੋਂ ਕੁਝ ਐਡੀਸ਼ਨਲ ਇਨਫੋਰਮੇਸ਼ਨ ਅਤੇ ਡਾਕੂਮੈਂਟੇਸ਼ਨ ਸ਼ਾਇਦ ਮੰਗੇ ਜਾ ਸਕਦੇ ਹਨ ਤਾਂ ਜੋ ਆਪ ਦੀ ਐਪਲੀਕੇਸ਼ਨ ਦਾ ਪ੍ਰੋਸੈਸ ਜਾਰੀ ਰੱਖਿਆ ਜਾ ਸਕੇ। ਜੇਕਰ ਆਪ ਜੀ ਨੂੰ ਆਪਣੇ ਬਾਇਓਮੈਟ੍ਰਿਕਸ ਅਤੇ ਮੈਡੀਕਲ ਐਗਜ਼ਾਮੀਨੇਸ਼ਨ ਪੂਰਾ ਕਰਨ ਦੇ ਲਈ ਅਤੇ ਪੁਲਿਸ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਲਈ ਪਹਿਲਾਂ ਤੋਂ ਹੀ ਇੱਕ ਰਿਕੁਐਸਟ ਕੀਤੀ ਜਾ ਚੁੱਕੀ ਹੈ ਤਾਂ ਕਿਰਪਾ ਕਰਕੇ ਸਭ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਜੇਕਰ ਹਜੇ ਤੱਕ ਆਪ ਨੂੰ ਇਸ ਦੇ ਬਾਰੇ ਕੋਈ ਅਜਿਹੀ ਰਿਕੁਐਸਟ ਪ੍ਰਾਪਤ ਨਹੀਂ ਹੋਈ ਹੈ ਤਾਂ ਕਿਰਪਾ ਕਰਕੇ ਅਗਲੀ ਹਦਾਇਤਾਂ ਤੱਕ ਇੰਤਜ਼ਾਰ ਕੀਤਾ ਜਾਵੇ। ਨੈਕਸਟ ਪੈਰਾਗ੍ਰਾਫ ਔਰ ਬਹੁਤ ਜ਼ਰੂਰੀ ਪੈਰਾਗ੍ਰਾਫ, ਜਦੋਂ ਇੱਕ ਵਾਰ ਸਾਨੂੰ ਬੇਨਤੀ ਕੀਤੇ ਗਏ ਸਾਰੇ ਇਨਫੋਰਮੇਸ਼ਨ ਅਤੇ ਡਾਕੂਮੈਂਟਸ ਮਿਲ ਜਾਣਗੇ ਤਾਂ ਅਸੀਂ ਤੁਹਾਡੀ ਐਪਲੀਕੇਸ਼ਨ ਦੀ ਅਸੈਸਮੈਂਟ ਨੂੰ ਪੂਰਾ ਕਰਾਂਗੇ ਅਤੇ ਅਸੀਂ ਤੁਹਾਨੂੰ ਐਪਲੀਕੇਸ਼ਨ ਦੇ ਬਾਰੇ ਲਿੱਤੇ ਗਏ ਫਾਈਨਲ ਡਿਸੀਜ਼ਨ ਬਾਰੇ ਇਨਫੋਰਮ ਕਰਾਂਗੇ ਜੋ ਕਿ ਅਪਰੂਵਡ ਜਾਂ ਰਿਫਿਊਜ਼ਡ ਦੋਨਾਂ 'ਚੋਂ ਕੋਈ ਇੱਕ ਹੋ ਸਕਦਾ ਹੈ। ਅਗਲੀ ਲਾਈਨ ਦਾ ਮਤਲਬ ਹੈ ਕਿ ਜਿੰਨਾ ਸਮਾਂ ਤੁਸੀਂ ਆਪਣੀ ਐਪਲੀਕੇਸ਼ਨ ਦੇ ਬਾਰੇ ਫਾਈਨਲ ਡਿਸੀਜ਼ਨ ਦੀ ਵੇਟ ਕਰ ਰਹੇ ਹੋ ਉਨੇ ਸਮੇਂ ਦੇ ਦੌਰਾਨ ਤੁਸੀਂ ਆਨਲਾਈਨ ਸਟੱਡੀਜ਼ ਨੂੰ ਸ਼ੁਰੂ ਕਰ ਸਕਦੇ ਹੋ। ਚੌਥੇ ਪੈਰਾਗ੍ਰਾਫ ਦੇ ਵਿੱਚ ਇੱਕ ਗੱਲ ਇਹ ਵੀ ਲਿਖੀ ਗਈ ਹੈ ਕਿ ਫਾਈਨਲ ਡਿਸੀਜ਼ਨ ਜਿਹੜਾ ਤੁਹਾਨੂੰ ਮਿਲੇਗਾ ਉਹ ਅਪਰੂਵਡ ਅਤੇ ਰਿਫਿਊਜ਼ਡ ਦੋਨਾਂ 'ਚੋਂ ਇੱਕ ਹੋ ਸਕਦਾ ਹੈ। ਹੁਣ ਕੁਐਸਚਨ ਅਰਾਈਜ਼ ਇਹ ਹੁੰਦਾ ਹੈ ਕਿ ਕਿਆ AIP ਤੋਂ ਬਾਅਦ ਵੀ ਰਿਜੈਕਸ਼ਨ ਦੇ ਚਾਂਸਸ ਹੈਗੇ ਨੇ? ਉਰੇ ਮੈਂ ਕਹਿਣਾ ਚਾਹੂੰਗਾ ਕਿ ਹਾਂਜੀ ਚਾਂਸਸ ਹੈਗੇ ਨੇ ਬਟ ਬਹੁਤ ਹੀ ਘੱਟ ਨੇ। ਬਟ ਉਹ ਚਾਂਸਸ ਕਿਹੜੇ ਸਿਨਾਰੀਓ, ਕਿਹੜੇ ਹਾਲਾਤਾਂ ਵਿੱਚ ਹੋ ਸਕਦੇ ਨੇ? ਜਿਵੇਂ ਕਿ ਆਪਾਂ ਤੋਂ ਮੈਡੀਕਲ ਮੰਗਿਆ ਗਿਆ ਹੈ, ਰੱਬ ਨਾ ਕਰੇ ਕਿਸੇ ਬੱਚੇ ਦਾ ਮੈਡੀਕਲ ਪਾਸ ਨਹੀਂ ਹੁੰਦਾ, ਕਿਆ ਪਤਾ ਕੋਈ ਕੰਟੀਜੀਅਸ ਬਿਮਾਰੀ ਕਰਕੇ, ਸਭ ਤੋਂ ਜ਼ਿਆਦਾ ਕੰਟੀਜੀਅਸ ਬਿਮਾਰੀ ਹੁੰਦੀ ਹੈ ਟਿਊਬਰਕਲੋਸਿਸ TB, ਜਾਂ ਫਿਰ ਕਿਸੇ ਹੋਰ ਬਿਮਾਰੀ ਕਰਕੇ, ਤਾਂ ਉਹਦਾ ਰਿਫਿਊਜ਼ਲ ਆ ਸਕਦਾ ਆ।
ਬਟ ਟੂ ਬੀ ਓਨੈਸਟ ਆਈ ਸਿੰਸੀਅਰਲੀ ਵਿਸ਼ ਆਲ ਆਫ ਯੂ ਗਾਇਜ਼ ਅ ਵੈਰੀ ਵੈਰੀ ਗੁੱਡ ਹੈਲਥ। ਬਟ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦਿਮਾਗ 'ਚ ਰੱਖਣਾ ਚਾਹੀਦਾ ਹੈ। ਉਸ ਤੋਂ ਬਾਅਦ ਆ ਪੁਲਿਸ ਸਰਟੀਫਿਕੇਟ। ਪੁਲਿਸ ਸਰਟੀਫਿਕੇਟ ਦਾ ਮਤਲਬ ਇਹ ਹੈ ਕਿ ਤੁਹਾਨੂੰ ਇੱਕ ਸਰਟੀਫਿਕੇਟ ਪੁਲਿਸ ਦੇਗੀ ਕਿ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਲਿਟੀਗੇਸ਼ਨ ਮਤਲਬ ਮੁਕੱਦਮੇਬਾਜ਼ੀ ਨਹੀਂ ਚੱਲ ਰਹੀ। ਤਾਂ ਉਰੇ ਮੈਂ ਆਪਣੇ ਸਾਰੇ ਵਿਊਅਰਸ ਨੂੰ ਇਹ ਕਹੂੰਗਾ ਕਿ ਜਿੰਨਾ ਵੀ ਸਬਰ ਸ਼ਾਂਤੀ ਦੇ ਨਾਲ ਆਪ ਜੀ ਰਹਿ ਸਕਦੇ ਆ ਉਦੋਂ ਤੱਕ ਰਹੋ ਜਦੋਂ ਤੱਕ ਆਪ ਦਾ ਫਾਈਨਲ ਡਿਸੀਜ਼ਨ ਮਤਲਬ ਆਪ ਦਾ ਵੀਜ਼ਾ ਨਹੀਂ ਆ ਜਾਂਦਾ। ਖੁਦਾ ਨਾ ਖਾਸਤਾ ਕੋਈ ਇਹੋ ਜਿਹਾ FIR ਕੋਈ ਇਹੋ ਜਿਹੀ ਲਿਟੀਗੇਸ਼ਨ ਆਪ ਦੇ ਖਿਲਾਫ ਚੱਲ ਪਈ ਜਿਹਦੇ ਵਿੱਚ ਕੀ ਆਪ ਦੀ ਫਿਜ਼ੀਕਲ ਪ੍ਰੈਜ਼ੈਂਸ ਇੰਡੀਆ ਦੇ ਵਿੱਚ ਜ਼ਰੂਰੀ ਹੈ, ਮਤਲਬ ਆਪ ਨੂੰ ਇੰਡੀਆ ਤੋਂ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਜਾਂ ਆਪ ਦਾ ਪਾਸਪੋਰਟ ਅਦਾਲਤ ਦੇ ਵਿੱਚ ਸਰੈਂਡਰ ਕਰਾਉਣਾ ਪੈਂਦਾ ਤਾਂ ਆਪ ਨੂੰ PCC ਮਤਲਬ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲੇਗਾ। ਤਾਂ ਉਸ ਸਿਨਾਰੀਓ ਦੇ ਵਿੱਚ ਵੀ ਆਪ ਦਾ ਵੀਜ਼ਾ ਰਿਫਿਊਜ਼ ਹੋ ਸਕਦਾ ਆ। ਹੁਣ ਇੱਕ ਹੋਰ ਸੋਚਣਯੋਗ ਗੱਲ ਇਹ ਹੈ ਕਿ ਫੋਰ ਐਗਜ਼ਾਮਪਲ ਇੱਕ ਬੱਚੇ ਨੇ STS ਦੇ ਅੰਡਰ ਆਪਣੀ ਸਟੂਡੈਂਟ ਐਪਲੀਕੇਸ਼ਨ ਨੂੰ ਲਗਾਇਆ ਜਿੱਥੇ ਕਿ 1 ਸਾਲ ਦੀ ਫੀਸ ਉਹਨੇ ਕਾਲਜ ਨੂੰ ਦਿੱਤੀ। ਉਸ ਤੋਂ ਬਾਅਦ AIP ਆ ਗਈ। AIP ਆਉਣ ਤੋਂ ਬਾਅਦ ਬੱਚੇ ਨੇ ਆਨਲਾਈਨ ਕਲਾਸਿਸ ਨੂੰ ਇੰਡੀਆ ਬੈਠ ਕੇ ਲਾਇਆ ਪੂਰੇ 1 ਸਮੈਸਟਰ ਦੇ ਲਈ ਔਰ ਉਸ ਤੋਂ ਬਾਅਦ ਅਨਫੋਰਚੂਨੇਟਲੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ। ਹੁਣ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਕਿਆ ਉਸ ਬੱਚੇ ਨੂੰ ਉਹਦੀ ਫੁੱਲ ਫੀਸ ਰਿਫੰਡ ਹੋਗੀ ਜਾਂ ਕਾਲਜ 1 ਸਮੈਸਟਰ ਦੀ ਫੀਸ ਨੂੰ ਡਿਡਕਟ ਕਰੇਗਾ ਮਤਲਬ ਕੱਟੇਗਾ। ਇਸ ਚੀਜ਼ ਦੇ ਲਈ ਮੈਂ ਬੱਚਿਆਂ ਨੂੰ ਰਿਕੁਐਸਟ ਕਰਨਾ ਚਾਹੂੰਗਾ ਕਿ ਪਲੀਜ਼ ਕਾਲਜ ਨੂੰ ਈਮੇਲ ਕਰਕੇ ਉਹਦੀ ਰਿਫੰਡ ਪਾਲਿਸੀ ਨੂੰ ਪਹਿਲਾਂ ਤੋਂ ਹੀ ਮੰਗਾ ਲਿਆ ਜਾਵੇ। ਹੁਣ ਕੁਐਸਚਨ ਆਉਂਦਾ ਕਿ ਕਿਆ ਈਮੇਲ ਕਰੀਏ ਤੇ ਕਿਸ ਈਮੇਲ ਐਡਰੈਸ ਦੇ ਉੱਤੇ ਈਮੇਲ ਕਰੀਏ। ਇਟਸ ਕੁਆਇਟ ਈਜ਼ੀ। ਇਹ ਉਸ ਈਮੇਲ ਦਾ ਸਪੈਸੀਮਨ ਹੈ ਜੋ ਆਪ ਜੀ ਨੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਨੂੰ ਭੇਜ ਕੇ ਰਿਫੰਡ ਪਾਲਿਸੀ ਨੂੰ ਮੰਗਵਾਉਣਾ ਔਰ ਇਹ ਜ਼ਰੂਰ ਮੈਂਸ਼ਨ ਕੀਤਾ ਜਾਵੇ ਈਮੇਲ ਦੇ ਵਿੱਚ ਕਿ ਜੇਕਰ AIP ਆਉਣ ਤੋਂ ਬਾਅਦ ਆਪ ਇੰਡੀਆ ਦੇ ਵਿੱਚ ਆਨਲਾਈਨ ਕਲਾਸਿਸ ਲਗਾਉਂਦੇ ਹੋ ਔਰ 1 ਸਮੈਸਟਰ ਪੂਰਾ ਕਰਦੇ ਹੋ ਤੇ ਰੱਬ ਨਾ ਕਰੇ ਉਸ ਤੋਂ ਬਾਅਦ ਆਪ ਜੀ ਦਾ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਕਿਆ ਆਪ ਜੀ ਨੂੰ ਆਪ ਦੀ ਫੀਸ ਦਾ ਪੂਰਾ ਰਿਫੰਡ ਮਿਲੇਗਾ ਜਾਂ ਕੋਈ ਨਾ ਕੋਈ ਕਟੌਤੀ ਕੀਤੀ ਜਾਵੇਗੀ। ਔਰ ਇਸ ਗੱਲ 'ਤੇ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਇਹ ਕੋਈ ਰੈਗੂਲਰ ਰਿਫੰਡ ਪਾਲਿਸੀ ਨਹੀਂ ਹੈ ਕਾਲਜ ਜਾਂ ਯੂਨੀਵਰਸਿਟੀ ਦੀ। ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਜੇਕਰ ਅਸੀਂ 1 ਸਮੈਸਟਰ ਇੰਡੀਆ ਦੇ ਵਿੱਚ ਆਨਲਾਈਨ ਕਲਾਸਿਸ ਦਾ ਲਗਾਉਂਦੇ ਹਾਂ ਉਸ ਤੋਂ ਬਾਅਦ ਸਾਡਾ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਫਿਰ ਰਿਫੰਡ ਪਾਲਿਸੀ ਕਿਆ ਹੋਗੀ, ਪੂਰਾ ਪੈਸਾ ਵਾਪਸ ਹੋਊਗਾ ਜਾਂ 1 ਸਮੈਸਟਰ ਦੀ ਫੀਸ ਕੱਟੀ ਜਾਵੇਗੀ। ਈਮੇਲ ਐਡਰੈਸ ਜਿੱਥੇ ਆਪਾਂ ਈਮੇਲ ਕਰ ਰਹੀ ਹਾਂ ਉਹਨੂੰ ਕਿੱਦਾਂ ਲਿੱਤਾ ਜਾਵੇ। ਫੋਰ ਐਗਜ਼ਾਮਪਲ ਆਪਾਂ ਗੂਗਲ 'ਤੇ ਇੱਕ ਕਾਲਜ ਦਾ ਨਾਮ ਟਾਈਪ ਕਰਦੇ ਹਾਂ ਲੈਂਬਡਨ ਕਾਲਜ ਐਗਜ਼ਾਮਪਲ ਦੇ ਤੌਰ 'ਤੇ। ਉਸ ਤੋਂ ਬਾਅਦ ਰਾਈਟ ਹੈਂਡ ਸਾਈਡ 'ਤੇ ਤੁਹਾਡੇ ਲੈਪਟਾਪ ਦੇ ਵਿੱਚ ਉਹਦੀ ਅਫੀਸ਼ੀਅਲ ਸਾਈਟ ਆਊਗੀ। ਕਲਿੱਕ ਕੀਤਾ, ਅਫੀਸ਼ੀਅਲ ਸਾਈਟ ਖੁੱਲ੍ਹ ਗਈ। ਕੰਟੈਕਟ ਔਰ ਐਡਮਿਸ਼ਨਸ ਦੋ ਇੱਦਾਂ ਦੇ ਆਪਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਜ਼ਰੂਰ ਕਲਿੱਕ ਕਰਨਾ ਚਾਹੀਦਾ ਔਰ ਉਸ ਤੋਂ ਬਾਅਦ ਆਪਾਂ ਨੂੰ ਸਕਰੋਲ ਡਾਊਨ ਕਰਕੇ ਬਿਲਕੁਲ ਬਾਟਮ 'ਤੇ ਆਉਣਾ ਚਾਹੀਦਾ ਹੈ। ਜ਼ਿਆਦਾਤਰ ਕਾਲਜਿਸ ਦੇ ਵਿੱਚ ਬਾਟਮ ਦੇ ਵਿੱਚ info@, ਜਿਹੜਾ ਵੀ ਕਾਲਜ ਦਾ ਨਾਮ ਹੋਗਾ ਉਹ ਈਮੇਲ ਹੋਏਗੀ। ਇਸ ਈਮੇਲ ਐਡਰੈਸ 'ਤੇ ਆਪਾਂ ਈਮੇਲ ਜ਼ਰੂਰ ਕਰਾਂਗੇ। ਉਸ ਤੋਂ ਬਾਅਦ ਐਡਮਿਸ਼ਨਸ 'ਤੇ ਕਲਿੱਕ ਕਰਾਂਗੇ। ਐਡਮਿਸ਼ਨਸ 'ਤੇ ਕਲਿੱਕ ਕਰਨ ਤੋਂ ਬਾਅਦ ਕਿਤੇ ਨਾ ਕਿਤੇ international@ ਕਾਲਜ ਨੇਮ ਜ਼ਰੂਰ ਆਇਆ ਹੋਊਗਾ। ਇਹ ਓਵਰਸੀਜ਼ ਸਟੂਡੈਂਟਸ ਦੇ ਨਾਲ ਡੀਲ ਕਰਨ ਵਾਲੀ ਈਮੇਲ ਹੈ। ਆਪਾਂ ਨੂੰ ਇੱਥੇ ਵੀ ਈਮੇਲ ਜ਼ਰੂਰ ਸੈਂਡ ਕਰਨੀ ਚਾਹੀਦੀ ਹੈ। ਨੈਕਸਟ ਐਗਜ਼ਾਮਪਲ KPU ਆਪਾਂ ਟਾਈਪ ਕਰੂੰਗੇ। ਉਸ ਤੋਂ ਬਾਅਦ ਆਫੀਸ਼ੀਅਲ ਵੈਬਸਾਈਟ 'ਤੇ ਜਾਊਂਗੇ। ਉਸ ਤੋਂ ਬਾਅਦ ਕੰਟੈਕਟ ਅਸ 'ਤੇ ਜਾਊਂਗੇ। ਸਕਰੋਲ ਡਾਊਨ ਕਰੂੰਗੇ ਤਾਂ ਆਪਾਂ ਨੂੰ ਜਨਰਲ ਇਨਫੋਰਮੇਸ਼ਨ ਦੀ ਕਾਲ, ਉਸ ਤੋਂ ਬਾਅਦ ਪਹਿਲਾਂ ਐਡਮਿਸ਼ਨ ਡਿਪਾਰਟਮੈਂਟ ਅਤੇ ਉਸ ਦੀ ਈਮੇਲ ਐਡਰੈਸ। ਉਸ ਤੋਂ ਬਾਅਦ ਥੋੜ੍ਹਾ ਨੀਚੇ ਆਉਂਗੇ ਇੰਟਰਨੈਸ਼ਨਲ ਡਿਪਾਰਟਮੈਂਟ ਅਤੇ ਉਸ ਦੀ ਈਮੇਲ ਐਡਰੈਸ ਆਪਾਂ ਨੂੰ ਉੱਥੇ ਮਿਲ ਜਾਏਗੀ ਅਤੇ ਆਪਾਂ ਇਹਨਾਂ ਦੋਨੋਂ ਈਮੇਲਸ ਦੇ ਉੱਤੇ ਰਿਫੰਡ ਪਾਲਿਸੀ ਦੇ ਲਈ ਈਮੇਲ ਸੈਂਡ ਕਰ ਸਕਦੇ ਹਾਂ। ਜ਼ਿੰਦਗੀ 'ਚ ਰਾਈਟ ਟਾਈਮ 'ਤੇ ਰਾਈਟ ਡਿਸੀਜ਼ਨ ਲੈਣਾ ਬਹੁਤ ਹੀ ਜ਼ਰੂਰੀ ਹੁੰਦਾ ਔਰ ਮੈਂ ਆਸ ਕਰਦਾ ਕਿ ਜਦੋਂ ਆਪ ਨੂੰ ਆਪਣੀ ਰਿਫੰਡ ਪਾਲਿਸੀ ਬਾਰੇ ਪਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਆਪਣੇ ਘਰ ਦੇ ਫਾਈਨੈਂਸ਼ੀਅਲ ਸਰਕਮਸਟੈਂਸਿਸ ਦੇ ਬਾਰੇ ਵੀ ਸੋਚੋਗੇ ਤਾਂ ਉਸ ਤੋਂ ਬਾਅਦ ਆਪ ਇੱਕ ਸਹੀ ਡਿਸੀਜ਼ਨ ਲੈਣ ਦੇ ਵਿੱਚ ਕਾਮਯਾਬ ਹੋਵੋਗੇ। ਡਿਸੀਜ਼ਨ ਕਿਆ ਹੈ ਕਿ ਇੰਡੀਆ ਬੈਠ ਕੇ ਆਨਲਾਈਨ ਕਲਾਸਿਸ ਅਟੈਂਡ ਕਰਨੀਆਂ ਜਾਂ ਜੇਕਰ ਆਪ ਕੋਲ ਆਪਸ਼ਨ ਹੈਗੀ ਆ ਅਗਲੇ ਇਨਟੇਕ ਲਈ ਆਪਣੇ ਕੋਰਸ ਨੂੰ ਡਿਫਰ ਕਰਵਾਉਣਾ ਜਿਹਨੂੰ ਅਕਸਰ ਡੈਫਰ ਕਿਹਾ ਜਾਂਦਾ ਆ। ਇੱਕ ਚੀਜ਼ ਹੋਰ ਵਿਚਾਰ ਕਰਨਯੋਗ ਇਹ ਹੈ ਕਿ STS ਕਾਲਜਿਸ ਦੇ ਵਿੱਚ ਆਪਾਂ 8 ਤੋਂ 10 ਲੱਖ ਫੀਸ ਦਿੰਦੇ ਹਾਂ ਜੀ 1 ਸਾਲ ਦੀ। ਇਟ ਮੀਨਸ ਕਿ 1 ਸਮੈਸਟਰ ਦਾ 4 ਤੋਂ 5 ਲੱਖ ਰੁਪਏ ਆਪਾਂ ਦੇ ਰਹੇ ਨੇ ਔਰ 4 ਮਹੀਨੇ ਦਾ 1 ਸਮੈਸਟਰ ਹੁੰਦਾ ਕੈਨੇਡਾ ਦੇ ਵਿੱਚ। ਤਾਂ ਕੁਐਸਚਨ ਇਹ ਹੁੰਦਾ ਰਾਈਜ਼ ਕਿ 1 ਲੱਖ ਤੋਂ 1.25 ਲੱਖ ਮਹੀਨੇ ਦਾ ਦੇ ਕੇ ਕਿਆ ਇਹ ਵਰਥ ਹੈ ਕਿ ਤੁਸੀਂ ਪੜ੍ਹ ਰਹੇ ਆ ਇੱਕ ਲੈਪਟਾਪ ਦੀ 9x14 ਦੀ ਸਟੈਂਡਰਡ ਸਕਰੀਨ ਦੇ ਉੱਤੇ ਔਰ ਉਹ ਆਨਲਾਈਨ ਕਲਾਸਿਸ ਜਿਨ੍ਹਾਂ ਦਾ ਐਕਸਪੀਰੀਅੰਸ ਹਜੇ ਆਪ ਨੂੰ ਇੰਡੀਆ ਦੇ ਵਿੱਚ ਨਹੀਂ ਹੈਗਾ। ਐਂਡ ਔਨ ਟੌਪ ਆਫ ਦੈਟ ਤੁਸੀਂ
ਸ਼ਾਇਦ ਰਾਤ ਨੂੰ ਹੀ ਜਾ ਕੇ ਉਹ ਆਨਲਾਈਨ ਕਲਾਸਿਸ ਅਟੈਂਡ ਕਰ ਪਾਉਂਗੇ, ਕਿਉਂਕਿ ਡਿਫਰੈਂਟ ਟਾਈਮ ਜ਼ੋਨ ਨੇ ਇੰਡੀਆ ਔਰ ਕੈਨੇਡਾ ਦੇ। ਹੁਣ ਮੈਂ ਇਹ ਚਾਹੂੰਗਾ ਕਿ ਕਿਤੇ ਨਾ ਕਿਤੇ ਉਹ ਬੱਚੇ ਜਿਹੜੇ ਹਜੇ ਰੀਸੈਂਟ ਪਾਸ ਆਊਟ ਹੈ, 19 ਔਰ 20 ਦੇ ਪਾਸ ਆਊਟ ਨੇ, ਜਿਨ੍ਹਾਂ ਨੂੰ ਗੈਪ ਦਾ ਕੋਈ ਜ਼ਿਆਦਾ ਚੱਕਰ ਨਹੀਂ ਹੈਗਾ, ਜੇਕਰ ਉਹ ਧਿਆਨ ਨਾਲ ਸੋਚਣ ਤਾਂ ਸ਼ਾਇਦ ਉਹਨਾਂ ਨੂੰ ਡੈਫਰ ਇਹ ਆਪਸ਼ਨ ਨੂੰ ਆਪਟ ਕਰਨਾ ਚਾਹੀਦਾ। ਬਾਕੀ ਇਟ ਵਿਲ ਬੀ ਆਲ ਅਬਾਊਟ ਯੂਰ ਡਿਸਕ੍ਰਿਸ਼ਨ। ਮੈਂ ਸਿਰਫ ਇੱਕ ਸੁਜੈਸ਼ਨ ਦੇ ਰਿਹਾ, ਮੈਂ ਫੋਰਸ ਨਹੀਂ ਕਰ ਰਿਹਾ। ਜੋ ਸਟੂਡੈਂਟ ਇਸ ਟਾਈਮ ਕੈਨੇਡਾ ਜਾ ਰਹੇ ਨੇ ਉਹਨਾਂ ਦਾ ਵੀਜ਼ਾ 18 ਮਾਰਚ ਤੋਂ ਪਹਿਲਾਂ ਆ ਚੁੱਕਿਆ ਸੀ। ਉਹਨਾਂ ਨੂੰ ਕਾਲਜ ਦੁਆਰਾ ਇੱਕ ਸਪੋਰਟ ਲੈਟਰ ਦਿੱਤੀ ਗਈ ਸੀ, ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਉਹਨਾਂ ਦਾ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਨਾ ਜ਼ਰੂਰੀ ਹੈ, ਚਾਹੇ ਫਿਜ਼ੀਕਲ ਕਲਾਸਿਸ ਦੇ ਲਈ, ਚਾਹੇ ਇਸ ਕਰਕੇ ਕਿ ਉਹ ਇੰਡੀਆ ਦੇ ਵਿੱਚ ਜ਼ਿਆਦਾ ਅੱਛੇ ਇੰਟਰਨੈਟ ਕਨੈਕਟੀਵਿਟੀ ਨੂੰ ਨਹੀਂ ਅਵੇਲ ਕਰ ਪਾ ਰਹੇ ਸੀ, ਚਾਹੇ ਇਸ ਕਰਕੇ ਕਿ ਕਿਤੇ ਨਾ ਕਿਤੇ ਉਹਨਾਂ ਦਾ ਟਾਈਮ ਜ਼ੋਨ ਡਿਫਰੈਂਟ ਹੋਣ ਕਰਕੇ ਉਹਨਾਂ ਨੂੰ ਇੰਡੀਆ ਦੇ ਵਿੱਚ ਪੜ੍ਹਨਾ ਜ਼ਿਆਦਾ ਫਿਜ਼ੀਬਲ ਨਹੀਂ ਸੀ। ਬਟ ਜਿਹੜੇ ਸਟੂਡੈਂਟ ਨੇ 18 ਮਾਰਚ ਤੋਂ ਬਾਅਦ ਵੀਜ਼ਾ ਲੱਤਾ ਹੈ, ਡੈਫਰ ਕਰਵਾਇਆ ਜਾਂ ਜਿਨ੍ਹਾਂ ਨੇ ਹੁਣ ਅਪਲਾਈ ਕਰਨਾ, ਉਹ ਕਦੋਂ ਜਾ ਪਾਣਗੇ, ਇਹ ਕਿਤੇ ਨਾ ਕਿਤੇ ਕੰਟੀਜੈਂਟ ਹੈ, ਮਤਲਬ ਕਿਤੇ ਨਾ ਕਿਤੇ ਕਿਸੇ ਆਉਣ ਵਾਲੇ ਸਮੇਂ ਦੇ ਉੱਤੇ ਡਿਪੈਂਡ ਕਰਦਾ ਕਿ ਕੁਝ ਹੋਊਗਾ ਜਾਂ ਨਹੀਂ ਹੋਊਗਾ। ਸੋ ਉਹਨਾਂ ਨੂੰ ਸੋਚ ਸਮਝ ਕੇ ਹੀ ਡਿਸੀਜ਼ਨ ਲੈਣਾ ਚਾਹੀਦਾ। ਆਈ ਸਿੰਸੀਅਰਲੀ ਪ੍ਰੇ ਕਿ ਇਹ ਕੋਵਿਡ-19 ਜਲਦੀ ਤੋਂ ਜਲਦੀ ਖਤਮ ਹੋ ਜਾਵੇ ਅਤੇ ਜਿਹੜੇ ਬੱਚੇ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਉਹ ਜਲਦੀ ਤੋਂ ਜਲਦੀ ਬਾਹਰ ਜਾਣ ਕੈਨੇਡਾ ਦੇ ਵਿੱਚ ਅਤੇ ਉੱਥੇ ਜਾ ਕੇ ਆਪਣੀਆਂ ਫਿਜ਼ੀਕਲ ਕਲਾਸਿਸ ਅਟੈਂਡ ਕਰ ਸਕਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਵਿਸ਼ ਦੈਮ ਲੱਕ। ਥੈਂਕ ਯੂ ਸੋ ਮਚ।